ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਸਾਰੇ। ਕੱਲ੍ਹ ਦੀ ਇੱਕ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਜਿਹਦੇ ਲਈ ਰਿਐਕਟ ਵੀ ਕਰਨਾ ਪਿਆ ਤੇ ਜਿਹਨੇ ਸਾਡੇ ਰੂਹਾਂ ਤੇ ਸੱਟ ਮਾਰੀ, ਉਹਦੇ ਬਾਰੇ ਦੁਬਾਰਾ ਆਪਾਂ ਡਿਸਕਸ ਕਰਨਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਰਾਜੇਵਾਲ ਸਾਹਿਬ ਨੇ ਮਾफ़ੀ ਮੰਗ ਲਈ। ਸੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਸੋ ਜੇ ਉਹਨਾਂ ਨੇ ਇਸ ਗੱਲ ਤੇ ਮਾफ़ੀ ਮੰਗੀ ਆ ਤਾਂ ਸਾਨੂੰ ਪਹਿਲੀ ਗੱਲ ਤਾਂ ਇਹ ਆ ਵੀ ਸਾਰਿਆਂ ਨੂੰ ਮਾफ़ ਕਰ ਦੇਣਾ ਚਾਹੀਦਾ। ਅਸੀਂ ਉਹਨਾਂ ਨੂੰ ਮਾफ़ ਵੀ ਕਰਦੇ ਹਾਂ ਤੇ ਅਸੀਂ ਨਾਲ ਵੀ ਹਾਂ ਸੰਘਰਸ਼ ਤੇ। ਉਹਨਾਂ ਦੀ ਅਗਵਾਈ 'ਚ ਹੀ ਸੰਘਰਸ਼ ਲੜਿਆ ਜਾ ਰਿਹਾ ਤੇ ਅੱਗੇ ਵੀ ਲੜਿਆ ਜਾਊਗਾ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਪਰ ਜਿਹੜੀ ਗੱਲ ਸਾਡੇ ਸਮਝਣ ਵਾਲੀ ਆ ਜਾਂ ਬਹੁਤ ਜ਼ਰੂਰੀ ਆ ਸਾਡੀ ਸਮਝਣੀ, ਉਹ ਇਹ ਆ ਵੀ ਅਸੀਂ ਆਪਦੀਆਂ ਜ਼ਮੀਰਾਂ ਵੇਚ ਕੇ ਸੰਘਰਸ਼ ਜਿੱਤਣ ਨਹੀਂ ਆਏ। ਅਸੀਂ ਇਸ ਖਾਤਰ ਆਪਦੀ ਆਈਡੈਂਟਿਟੀ ਨੂੰ ਡਾਇਲਿਊਟ ਕਰਕੇ ਸੰਘਰਸ਼ ਜਿੱਤਣ ਨਹੀਂ ਆਏ। ਉਸ ਆਈਡੈਂਟਿਟੀ ਨੂੰ, ਉਸ ਨਿਸ਼ਾਨ ਸਾਹਿਬ ਨੂੰ ਜਿਹਦੇ ਪਿੱਛੇ ਤਵੀਆਂ ਤੇ ਬੈਠੇ ਆ, ਜਿਹਦੇ ਪਿੱਛੇ ਛਵੀਆਂ ਤੇ ਚੜ੍ਹੇ ਆ, ਜਿਹਦੇ ਪਿੱਛੇ ਚਰਖੜੀਆਂ ਤੇ ਚੜ੍ਹੇ ਆ, ਜਿਹਦੇ ਪਿੱਛੇ ਆਰੀਆਂ ਤੇ ਚੜ੍ਹੇ ਆ, ਜਿਹਦੇ ਪਿੱਛੇ ਦਿੱਲੀ ਜਾ ਕੇ ਸੀਸ ਲੁਹਾਏ ਆ, ਜਿਹਦੇ ਪਿੱਛੇ ਸ਼ਹਾਦਤਾਂ ਦਾ ਇੱਕ ਪੂਰਾ ਇਤਿਹਾਸ ਪਿਆ, ਇੰਨਾ ਲਹੂ ਡੁੱਲਿਆ ਜਿਹਦੇ ਪਿੱਛੇ। ਸੋ ਉਹ ਸਾਡੀ ਪਛਾਣ, ਸਾਡੀ ਆਈਡੈਂਟਿਟੀ ਪਿੱਛੇ ਹੀ ਡੁੱਲਿਆ। ਦੇਖੋ, ਇਹ ਗੱਲਾਂ ਇੰਨੀਆਂ ਸਿੰਪਲ ਨਹੀਂ ਹੁੰਦੀਆਂ। ਜੇ ਇਹ ਸਿੰਪਲ ਹੁੰਦੀਆਂ, ਇਹਨੂੰ ਮਨੁੱਖਤਾ ਦੇ ਸੰਦਰਭ 'ਚ ਵੀ ਰੱਖ ਕੇ ਦੇਖੀਏ, ਮਨੁੱਖਤਾ ਵੀ ਸਾਡੀ ਪਛਾਣ 'ਚ ਹੀ ਵੱਸਦੀ ਆ ਔਰ ਕਿਸੇ ਵੀ ਕਮਿਊਨਿਟੀ ਦੀ ਪਛਾਣ 'ਚ ਇੱਕ ਮਨੁੱਖਤਾ ਵੱਸਦੀ ਆ। ਸੋ ਉਹਦੀ ਪਛਾਣ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਅੱਜ ਮੋਦੀ ਕਹਦੇ ਵੀ ਤੁਸੀਂ ਐਂ ਕਰੋ, ਆਪਦੀ ਪਛਾਣ ਨੂੰ, ਆਪਦੀ ਆਈਡੈਂਟਿਟੀ ਨੂੰ, ਆਪਦੀ ਪੰਜਾਬੀਅਤ ਨੂੰ ਡਾਇਲਿਊਟ ਕਰ ਦਿਓ, ਮੈਂ ਤੁਹਾਨੂੰ ਤੁਹਾਡੀ ਜਿੱਤ ਦੇ ਦੇਣਾ। ਸਾਨੂੰ ਫਿਰ ਮਨਜ਼ੂਰ ਨਹੀਂ ਹੈ ਨਾ, ਜਿੱਤ ਤਾਂ ਸਾਨੂੰ ਸਾਡੀ ਪਛਾਣ ਦੇ ਨਾਲ ਹੀ ਚਾਹੀਦੀ ਆ। ਸੋ ਇਸ ਕਰਕੇ ਜਿਹੜੀ ਗੱਲ, ਜਿਹੜੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਗਈ ਸੀ, ਉਹ ਗੱਲ ਹੀ ਬਹੁਤ ਵੱਡੀ ਸੀ ਤੇ ਮੇਰਾ ਰਿਐਕਸ਼ਨ ਕਿਸੇ ਭੜਕਾਹਟ ਚੋਂ ਨਹੀਂ ਉਹ ਨਿਕਲਿਆ ਸੀ ਜਾਂ ਕਿਸੇ ਨਿੱਜੀ ਵੈਰ ਵਿਰੋਧ ਚੋਂ ਨਹੀਂ ਨਿਕਲਿਆ ਸੀ। ਮੇਰੇ ਤੇ ਤਾਂ ਬੜੇ ਸਮੇਂ ਦੇ ਅਟੈਕ ਹੋ ਰਹੇ ਆ, ਸ਼ਬਦਾਂ ਦੇ ਅਟੈਕ ਵੀ ਹੋ ਰਹੇ ਆ ਤੇ ਸਾਜ਼ਿਸ਼ਾਂ ਵੀ ਘੜੀਆਂ ਜਾ ਰਹੀਆਂ। ਮੈਂ ਕਦੇ ਨਹੀਂ ਬੋਲਦਾ ਔਰ ਮੈਂ ਇਹ ਬੋਲਣ 'ਚ ਵਿਸ਼ਵਾਸ ਵੀ ਨਹੀਂ ਰੱਖਦਾ। ਆਪਾਂ ਇੱਕ ਸੰਘਰਸ਼ 'ਚ ਇਕੱਠੇ ਆ ਤੇ ਇਕੱਠੇ ਲੜਦੇ ਰਹਾਂਗੇ ਤੇ ਇਹ ਵੀ ਗੱਲ ਪੱਕੀ ਆ। ਪਰ ਤੁਸੀਂ ਸਾਡੀ ਪਛਾਣ ਨੂੰ ਡਾਇਲਿਊਟ ਕਰਕੇ ਜੇ ਕਹੋਗੇ ਵੀ ਨਿਸ਼ਾਨ ਸਾਹਿਬ ਲਾ ਲਓ, ਉਦੋਂ ਬਾਅਦ ਫਿਰ ਜਿੱਤ ਸਾਡੇ ਲਈ ਕਿਸੇ ਕੰਮ ਦੀ ਨਹੀਂ ਹੈ। ਇਹ ਦੇਖਣ ਦਾ ਨਜ਼ਰੀਆ ਵਾਰ-ਵਾਰ ਅਸੀਂ ਦੇਖਣ ਦਾ ਨਜ਼ਰੀਆ ਵੀ ਨਹੀਂ ਹੈ। ਔਰ ਸਾਡਾ ਇਹ, ਜੇ ਤੁਸੀਂ ਕਹਿ ਰਹੇ ਹੋ ਵਿਰਸਾ, ਤਾਂ ਸਾਡਾ ਇਹ ਵਿਰਸਾ ਨਹੀਂ ਆ, ਇਹ ਬਹੁਤ ਵੱਡੀ ਗੱਲ ਆ, ਵਿਰਸੇ ਤੋਂ ਵੀ ਵੱਡੀ ਗੱਲ ਆ ਸਾਡੇ ਲਈ। ਸੋ ਇਹ ਤਦ ਹੀ ਸਮਝ ਆ ਸਕਦੀ ਹੈ ਜਦੋਂ ਅਸੀਂ ਉਹਨਾਂ ਫਲਸਫਿਆਂ ਨਾਲ, ਉਹਨਾਂ ਗੁਰੂਆਂ ਨਾਲ, ਉਹਨਾਂ ਰਹਿਬਰਾਂ ਨਾਲ ਜੁੜੇ ਆ ਤੇ ਕਿਸ ਆਧਾਰ ਤੇ ਜੁੜੇ ਆ, ਇਹ ਗੱਲ ਸਮਝ ਆਉਂਦੀ ਹੋਵੇ। ਇਹ ਇਕੱਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਵਾਲੀ ਗੱਲ ਨਹੀਂ ਆ, ਗੱਲ ਉਹ ਤੋਂ ਬਾਹਲੀ ਵੱਡੀ ਆ, ਸੈਂਸ ਆਫ ਬਿਲੋਂਗਿੰਗ ਦੀ ਗੱਲ ਆ। ਸੋ ਸਾਡੀ ਪਛਾਣ ਨੂੰ ਡਾਇਲਿਊਟ ਕਰਕੇ ਸਾਡੇ ਜ਼ਮੀਨਾਂ, ਸਾਡੀਆਂ ਜਿੱਤਾਂ, ਸਾਡੀਆਂ ਜਾਇਦਾਦਾਂ ਕਿਸੇ ਕੰਮ ਦੀਆਂ ਨਹੀਂ। ਸੋ ਇਸ ਕਰਕੇ ਅਸੀਂ ਜਿੱਤਾਂਗੇ ਵੀ, ਆਪਦੀ ਪਛਾਣ ਨੂੰ ਉੱਥੇ ਇੰਟੈਕਟ ਰੱਖ ਕੇ, ਨਾਲ ਰੱਖ ਕੇ ਜਿੱਤਾਂਗੇ। ਸਾਡੀ ਪਛਾਣ ਸਾਡੇ ਅੰਦਰ ਵੱਸਦੀ ਆ। ਸੋ ਇਹ ਗੱਲ ਇਸ ਤਰ੍ਹਾਂ ਵੀ ਸਮਝੀ ਜਾਈਏ ਵੀ ਜਿਹੜੇ ਸਾਡੇ ਸਿੱਖ ਭਰਾ, ਦੇਖੋ ਇੱਕ ਗੱਲ ਤਾਂ ਸੱਚਾਈ ਆ ਵੀ ਅੱਜ ਉਹ ਲੰਗਰ ਵੀ ਲਾ ਰਹੇ ਆ, ਉਹ ਸੇਵਾ ਵੀ ਕਰ ਰਹੇ ਆ, ਉਹ ਫੰਡ ਵੀ ਦੇ ਰਹੇ ਆ। ਸੋ ਜੇ ਉਹਨਾਂ ਨੇ ਬੈਰੀਕੇਡ ਵੀ ਤੋੜੇ, ਹੁਣ ਜੇ ਅਸੀਂ ਸਾਰੇ ਇਕੱਠੇ ਆ, ਜੇ ਮੰਨ ਲਓ ਉੱਥੇ ਸਾਡੇ ਅੱਜ ਹਿੰਦੂ ਭਰਾ ਵੀ ਆ, ਸਾਡਾ ਮੁਸਲਮਾਨ ਭਾਈਚਾਰਾ ਵੀ ਆ, ਸਾਡੇ ਹੋਰ ਵੀ ਸਾਰਾ ਭਾਈਚਾਰੇ ਜਿਹੜੇ ਸਾਡੇ ਨਾਲ ਆ ਕੇ ਸਾਡੇ ਨਾਲ ਸ਼ਮੂਲੀਅਤ ਦੇ ਰਹੇ ਆ, ਸਾਡੇ ਦਲਿਤ ਭਾਈਚਾਰਾ ਵੀ ਆ, ਉਹ ਵੀ, ਤਾਂ ਸਾਡੀ ਜਿਹੜੀ ਇੱਕ ਪਰੰਪਰਾ ਤਾਂ ਇਹ ਰਹੀ ਆ ਵੀ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ। ਅਸੀਂ ਤਾਂ ਦਰਜਾ ਬਦਰਜੀ ਨੂੰ ਮੰਨਦੇ ਹੀ ਨਹੀਂ। ਪਰ ਜੇ ਇੱਕ ਆਈਡੈਂਟੀਫਿਕੇਸ਼ਨ ਜਾਂ ਇੱਕ ਪਛਾਣ ਤੁਹਾਡੇ ਐਡਾ ਵੱਡਾ ਯੋਗਦਾਨ ਦੇ ਰਹੀ ਆ, ਤੁਹਾਨੂੰ ਲੰਗਰ ਲਾਉਣ ਤੋਂ, ਫੰਡ ਦੇਣ ਤੋਂ ਇਲਾਵਾ, ਤੁਹਾਡੇ ਨਾਲ ਉੱਥੇ ਸੇਵਾ ਕਰਨ ਤੋਂ ਇਲਾਵਾ, ਤਾਂ ਤੁਹਾਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ, ਉਹਨਾਂ ਨੂੰ ਸਰਾਹਣਾ ਬਣਦਾ, ਨਾ ਕਿ ਇਹ ਕਹੋ ਵੀ ਤੁਸੀਂ ਆਪਦੇ ਨਿਸ਼ਾਨ ਸਾਹਿਬ ਲਾ ਦਿਓ। ਇਸ ਕਰਕੇ ਆਪਾਂ ਜਿਹੜੀ ਗੱਲ ਕੀਤੀ ਸੀ ਉਹ ਬੜੇ ਸੁਹਿਰਦਤਾ ਨਾਲ ਤੇ ਸੋਚ ਵਿਚਾਰ ਕੇ ਗੱਲ ਕੀਤੀ ਸੀ।
ਸੋ ਇਹਨੂੰ ਉਸ ਤਰ੍ਹਾਂ ਹੀ ਸਮਝਿਆ ਜਾਵੇ। ਸੰਘਰਸ਼ ਆਪਾਂ ਇਕੱਠੇ ਆ, ਸੰਘਰਸ਼ ਨੂੰ ਕੋਈ ਢਾਹ ਨਹੀਂ ਲੱਗੂਗਾ, ਪਰ ਸੰਘਰਸ਼ 'ਚ ਜਦੋਂ ਤੁਸੀਂ ਉਸ ਮੌਕੇ ਤੇ ਸਾਨੂੰ ਲੈ ਜਾਓਗੇ ਜਾਂ ਸਾਨੂੰ ਐਂ ਲੱਗੂ ਵੀ ਸਾਡੀਆਂ ਜ਼ਮੀਰਾਂ ਵੇਚਣ ਵਾਲੀ ਗੱਲ ਕਰ ਰਹੇ ਆ, ਉਹ ਫਿਰ ਨਹੀਂ ਸੁਣੀ ਜਾ ਸਕਦੀ। ਸੋ ਇੰਨੀ ਕੁ ਗੱਲ ਆਪਾਂ ਕਰਨੀ ਸੀ। ਬਾਕੀ ਮੇਰੇ ਤੇ ਪਰਸਨਲ ਅਟੈਕ ਜਿਹੜੇ ਹੁੰਦੇ ਆ ਉਹਦੇ ਬਾਰੇ ਥੋੜੀ ਜਿਹੀ ਆਪਾਂ ਗੱਲ ਕਰ ਲੈਂਦੇ ਆ। ਮੇਰੇ ਤੇ ਵਾਰ-ਵਾਰ ਸਟੇਜਾਂ ਤੋਂ ਪ੍ਰਚਾਰਿਆ ਗਿਆ ਵੀ ਤੁਸੀਂ ਸਟੇਜ ਦੇ ਨੇੜੇ ਤੇੜੇ ਵੀ ਨਹੀਂ ਆ ਸਕਦੇ। ਮੈਂ ਕਿਹਾ ਜੀ ਸਿਰ ਮੱਥੇ, ਜਿਵੇਂ ਤੁਸੀਂ ਕਹੋਗੇ। ਫਿਰ ਇਹ ਪ੍ਰਚਾਰਿਆ ਜਾਂਦਾ ਵੀ ਤੁਸੀਂ BJP ਦੇ ਹੋ, ਤੁਸੀਂ RSS ਦੇ ਹੋ, ਬਿਨਾਂ ਕਿਸੇ ਆਧਾਰ ਤੋਂ। ਇੱਥੋਂ ਤੱਕ ਕਿ ਸਨੀ ਦਿਓਲ ਉਹਨਾਂ ਦਾ ਟਵੀਟ ਆਉਂਦਾ, ਉੱਥੇ ਇਹ ਵੀ ਗੱਲ ਐਲਾਨੀ ਗਈ ਵੀ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਦੀਪ ਸਿੱਧੂ ਨਾਲ। ਦੇਖੋ, ਰਿਸ਼ਤਿਆਂ ਨੂੰ ਡਿਨਾਈ ਕਰਨਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਰਿਸ਼ਤਿਆਂ ਨੂੰ ਡਿਨਾਈ ਤੁਸੀਂ ਆਈ ਨਹੀਂ ਕੀਤਾ ਜਾ ਸਕਦਾ ਵੀ ਆਪਾਂ ਮਿਥ ਲਿਆ ਤੇ ਕਿਸੇ ਸਾਜ਼ਿਸ਼ ਅਧੀਨ ਆਪਾਂ ਡਿਨਾਈ ਕਰਤੀ ਇਹ ਗੱਲ ਵੀ ਸਾਡਾ ਫਲਾਣੇ ਨਾਲ ਕੋਈ ਰਿਸ਼ਤਾ ਨਹੀਂ ਹੈ। ਇਹ ਬਹੁਤ ਵੱਡੀ ਗੱਲ ਆ। ਮੇਰਾ ਅੱਜ ਦੀ ਡੇਟ 'ਚ ਸਨੀ ਦਿਓਲ ਨਾਲ ਜਾਂ ਧਰਮ ਜੀ ਨਾਲ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ। ਤੇ ਮੈਨੂੰ ਲੱਗਦਾ ਉਹ ਇੱਥੋਂ ਤੱਕ ਵਿੱਥ ਆ ਗਈ ਆ ਵੀ ਵਾਪਸ ਜਾ ਕੇ ਵੀ ਜੇ ਮੈਂ ਕੱਲ ਨੂੰ ਵਿਚਰੂੰਗਾ ਤੇ ਉਹ ਰਿਸ਼ਤਾ ਖਤਮ ਹੋ ਚੁੱਕਿਆ। ਸੋ ਜੇ ਤੁਸੀਂ ਉੱਥੇ ਵੀ ਸ਼ੱਕ ਇਸ ਢੰਗ ਨਾਲ ਕਰ ਰਹੇ ਹੋ ਵੀ ਉਹ ਜਾਣ-ਬੁੱਝ ਕੇ ਬੁਲਾਇਆ ਜਾਂਦਾ, ਐਡੀ ਵੱਡੀ ਗੱਲ ਕੋਈ ਜਾਣ-ਬੁੱਝ ਕੇ ਨਹੀਂ ਕਰਦਾ ਹੁੰਦਾ। ਜਿਹੜਾ ਮੇਰਾ ਪਰਿਵਾਰ ਸੀ, ਜਦੋਂ ਮੇਰੀ ਜ਼ਿੰਦਗੀ ਉੱਥੇ ਬਹੁਤ ਜ਼ਿੰਦਗੀ ਜਿੰਨਾ ਦੇਰ ਮੈਂ ਬੰਬਈ ਰਿਹਾ ਉਹਨਾਂ ਦੇ ਨਾਲ ਬੀਤੀ ਆ। ਸੋ ਉਹਨਾਂ ਰਿਸ਼ਤਿਆਂ ਤੋਂ ਮੁਨਕਰ ਹੋਣਾ ਬਹੁਤ ਵੱਡੀ ਗੱਲ ਆ। ਇਹ ਕਿਸੇ ਸਾਜ਼ਿਸ਼ ਅਧੀਨ ਨਹੀਂ ਗੱਲਾਂ ਹੁੰਦੀਆਂ। ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਵੀ ਹਰ ਗੱਲ ਨੂੰ ਸ਼ੱਕ ਦੇ ਆਧਾਰ ਤੇ ਨਾ ਦੇਖਿਆ ਕਰੋ। ਕਿਤੇ ਨਾ ਕਿਤੇ ਇਨਸਾਨੀਅਤ ਵੀ ਵਸਦੀ ਹੁੰਦੀ ਆ ਸਾਡੇ 'ਚ। ਉਸ ਐਜ਼ ਅ ਹਿਊਮਨ ਬੀਇੰਗ ਵੀ ਅਸੀਂ ਇਨਸਾਨੀਅਤ ਦੇ ਆਧਾਰ ਤੇ ਵੀ ਚੀਜ਼ਾਂ ਨੂੰ ਸਮਝਣ ਤੇ ਦੇਖਣ ਦੀ ਪਰਖ ਕਰੀਏ। ਅਗਲੀ ਗੱਲ ਮੇਰੇ ਵਿਰੁੱਧ ਇੱਕ ਹੋਰ ਪ੍ਰਚਾਰੀ ਜਾ ਰਹੀ ਆ ਵੀ ਮੈਂ ਫੰਡਸ ਲੈ ਰਿਹਾ। ਇੱਕ ਗੱਲ ਮੈਂ ਬਹੁਤ ਸੁਹਿਰਦਤਾ ਨਾਲ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਕਿਤੋਂ ਵੀ ਕਿਸੇ ਵੀ ਬੰਦੇ ਨੇ ਮੈਨੂੰ ਇੱਕ ਵੀ ਪੈਸਾ ਦਿੱਤਾ ਜਾਂ ਮੇਰੇ ਕਿਸੇ ਦੋਸਤ ਨੂੰ ਦਿੱਤਾ ਤਾਂ ਪਲੀਜ਼ ਜਨਤਕ ਤੌਰ ਤੇ ਐਲਾਨੇ। ਅੱਜ ਤੱਕ ਜੋ ਕੁਝ ਮੈਂ ਕਰ ਰਿਹਾ ਉਹ ਆਪਦੇ ਪੱਲਿਓਂ ਪੈਸੇ ਲਾ ਕੇ ਕਰ ਰਿਹਾ। ਜਾਂ ਸੰਗਤ ਇੱਥੋਂ ਤੱਕ ਤਾਂ ਹੋ ਸਕਦਾ ਵੀ ਜੇ ਟੈਂਟ ਸ਼ੰਭੂ ਮੋਰਚੇ ਦਾ ਲੱਗਿਆ ਸੀ, ਉਹ ਟੈਂਟ ਵਾਲੇ ਨੂੰ ਥੋੜੇ ਬਹੁਤ ਪੈਸੇ ਦੇ ਦਿੱਤੇ, ਹੁਣ ਸਾਊਂਡ ਵਾਲੇ ਨੂੰ ਦੇ ਦਿੱਤੇ। ਹੁਣ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਫੜਿਆ। ਉਹ ਵੀ ਕੋਈ ਆਪਾਂ ਕਹੀਏ ਵੀ ਟੈਂਟ ਸਾਊਂਡ ਦੇ ਜੇ ਕੋਈ ਸੰਗਤ ਵੱਲੋਂ ਦਾਨ ਕਰ ਗਿਆ, ਉਹ ਵੀ ਪੈਸੇ ਨਹੀਂ ਫੜੇ ਕਦੇ ਕਿਸੇ ਤੋਂ। ਨਾ ਹੀ ਅੱਜ ਤੱਕ ਮੇਰੇ ਅਕਾਊਂਟ 'ਚ, ਨਾ ਹੀ ਕਦੇ ਮੇਰੇ ਕਿਸੇ ਦੋਸਤ ਦੇ ਅਕਾਊਂਟ 'ਚ ਕੋਈ ਪੈਸਾ ਆਇਆ, ਨਾ ਹੀ ਆਪਾਂ ਕਿਸੇ ਤੋਂ ਫੜਿਆ। ਤੇ ਜੇ ਇਹ ਮੈਂ ਚੈਲੰਜ ਵੀ ਕਰਦਾ, ਜੇ ਕੋਈ ਇਹ ਗੱਲ ਕਿਸੇ ਢੰਗ ਨਾਲ ਪ੍ਰਚਾਰ ਰਿਹਾ ਤਾਂ ਪਲੀਜ਼ ਇਹ ਗੱਲਾਂ ਬਾਹਲੀਆਂ ਚੰਗੀਆਂ ਨਹੀਂ ਹੁੰਦੀਆਂ। ਅਗਲੀ ਗੱਲ ਇਹ ਵੀ ਪ੍ਰਚਾਰੀ ਜਾ ਰਹੀ ਆ ਵੀ ਮੇਰਾ ਕਿਸੇ ਚੈਨਲ ਨਾਲ ਸਬੰਧ ਆ। ਮੇਰਾ ਕਿਸੇ ਚੈਨਲ ਨਾਲ ਕੋਈ ਸਬੰਧ ਨਹੀਂ ਆ। ਮੇਰੇ ਦੋਸਤਾਂ ਨੇ ਆਪਦਾ ਇੱਕ ਚੈਨਲ ਜ਼ਰੂਰ ਸ਼ੁਰੂ ਕੀਤਾ, ਪਰ ਉਹ ਮੇਰੇ ਦੋਸਤ ਆ ਤੇ ਮੇਰਾ ਉਹਦੇ ਨਾਲ ਕੋਈ ਸਬੰਧ ਨਹੀਂ ਆ। ਉਹ ਆਪਦਾ ਉਹਨਾਂ ਦਾ ਬਿਜ਼ਨਸ ਆ, ਉਹਨਾਂ ਦੇ ਹੋਰ ਵੀ ਬਿਜ਼ਨਸ ਹੋਣਗੇ। ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਆ ਵੀ ਸਾਡੇ ਕਿਸੇ ਭਾਈਚਾਰੇ 'ਚੋਂ, ਸਾਡੇ ਦੋਸਤੀ 'ਚੋਂ ਕਿਸੇ ਦਾ ਕੋਈ ਹੋਟਲ ਹੋਵੇ, ਕਿਸੇ ਦਾ ਕੋਈ ਚੈਨਲ ਹੋਵੇ, ਕਿਸੇ ਦਾ ਕੋਈ ਟਰਾਂਸਪੋਰਟ ਹੋਵੇ, ਹਨਾ। ਇਹ ਤਾਂ ਆਮ ਤੌਰ ਤੇ ਜਦੋਂ ਅਸੀਂ ਦੁਨੀਆ 'ਚ ਵਿਚਰਦੇ ਹਾਂ ਤਾਂ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਕੰਮ ਤਾਂ ਹੁੰਦਾ ਹੀ ਆ। ਅਗਲੀ ਗੱਲ ਜਿਹੜੀ ਆਪਾਂ ਕਰੀਏ, ਮੇਰਾ ਇੱਕ 4-5 ਸਾਲ ਪੁਰਾਣਾ ਕੋਈ ਇੱਕ ਝਗੜਾ ਸੀ। ਝਗੜਾ ਵੀ ਕੀ ਸੀ, ਉਹ ਵੀ ਕਿਸੇ ਗਲਤ ਕੰਪਲੇਂਟ 'ਚ ਸਾਨੂੰ ਫਸਾਇਆ ਗਿਆ ਸੀ। 751 ਦਾ ਕੇਸ ਸੀ ਤੇ ਉਹਦੀ ਆਪਾਂ ਡਿਟੇਲ 'ਚ ਜਾਣਕਾਰੀ ਉਦੋਂ ਕਰਾਂਗੇ ਜਦੋਂ ਇਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ। ਕਿਉਂ 26 ਸੈਕਟਰ 'ਚ ਇਹ ਕੇਸ ਦਰਜ ਹੋਇਆ ਸੀ ਤੇ ਉਹਨੂੰ ਵੀ ਐਂ ਪ੍ਰਚਾਰਿਆ ਜਾ ਰਿਹਾ ਵੀ ਦੀਪ ਸਿੱਧੂ ਤੇ ਰੇਪ ਦਾ ਕੇਸ ਆ। ਸੋ ਦੈਟ ਇਜ਼ ਆਲਸੋ ਵੈਰੀ ਰੋਂਗ। ਮੈਂ ਇਹ ਗੱਲ ਕਹਿਣਾ ਵੀ ਤੁਸੀਂ ਝੂਠ ਜਿੰਨੇ ਮਰਜ਼ੀ ਲੈ ਕੇ ਆ ਜਾਓ ਤੇ ਇਹਨੂੰ ਮੈਂ ਜਮਾਂ ਐਨ ਨਿਡਰਤਾ ਨਾਲ ਨਜਿੱਠੂੰਗਾ, ਕਿਉਂਕਿ ਸਾਡਾ ਕਿਰਦਾਰ ਹੀ ਇਹ ਆ ਤੇ ਮੇਰਾ ਤਾਂ ਕਿਰਦਾਰ ਹੀ ਇਹ ਆ। ਖੁੱਲੀ ਕਿਤਾਬ ਆ, ਨਿਰਭਉ ਤੇ ਨਿਰਵੈਰ। ਪਰ ਜਦੋਂ ਤੁਸੀਂ ਮੇਰੇ ਖਿਲਾਫ ਕੋਈ ਇਹੋ ਜਿਹੀਆਂ ਗੱਲਾਂ ਲੈ ਕੇ ਆ ਜਾਓਗੇ ਤਾਂ ਉਹਨੂੰ ਤਾਂ ਫਿਰ ਜਵਾਬ ਵੀ ਦੇਵਾਂਗਾ ਤੇ ਉਹਦੇ ਨਾਲ ਨਜਿੱਠੂੰਗਾ ਵੀ। ਤੇ 22 ਸੈਕਟਰ ਦਾ ਜਿਹੜਾ ਵੀ ਉਹ 751 ਦਾ ਕੇਸ ਸੀ ਤੇ ਉਹਦੇ ਸਾਰੇ ਪੇਪਰ ਵੀ ਮੈਂ ਹੁਣ ਕਢਾ ਲਏ ਆ, ਕਿਉਂਕਿ ਤੁਹਾਡੇ ਖਾਤਰ ਹੀ ਵੇਟ ਕਰੀ ਜਾਂਦਾ ਜਿਹੜੇ ਬੰਦੇ ਪ੍ਰਚਾਰ ਰਹੇ ਆ। ਜਿਵੇਂ ਮੇਰੇ ਖਿਲਾਫ ਇਹ ਗੱਲ ਪ੍ਰਚਾਰੀ ਗਈ ਵੀ ਦੀਪ ਸਿੱਧੂ ਕਹਿੰਦਾ ਜੋ ਮਿਲਦਾ ਲੈ ਕੇ ਵਾਪਸ ਤੁਰ ਪਓ। ਮੈਂ ਇਹ ਗੱਲ ਹੁਣ
ਬਹੁਤ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ, ਸਾਡੇ ਜਿਹੜੇ ਆਰਟਿਸਟ ਆ ਜਾਂ ਜਿਹੜੇ ਸਾਡੇ ਸਿੰਗਰ ਆ ਉਹਨਾਂ 'ਚੋਂ ਵੀ ਕਈ ਬੰਦਿਆਂ ਨੇ ਇਹ ਗੱਲ ਕਹੀ, ਜਾਂ ਹੋਰ ਵੀ ਕਈ ਬੰਦਿਆਂ ਨੇ ਇਹ ਗੱਲ ਕਹੀ। ਮੇਰੇ ਖਿਲਾਫ ਇੰਟਰਵਿਊਜ਼ ਵੀ ਹੋਈਆਂ ਵੀ ਦੀਪ ਸਿੱਧੂ ਸ਼ਹਾਦਤ ਤੋਂ ਪਿੱਛੇ ਹਟ ਰਿਹਾ ਤੇ ਉਹ ਪਿੱਛੇ ਨਹੀਂ ਹਟਣਾ ਚਾਹੀਦਾ। ਦੇਖੋ ਕਿ ਇਹੋ ਜਿਹੇ ਟਾਈਟਲ ਦਿੱਤੇ ਜਾਂਦੇ ਆ, ਨਾ ਮੈਂ ਕਦੇ ਸ਼ਹਾਦਤ ਤੋਂ ਪਿੱਛੇ ਹਟਿਆ। ਜਜ਼ਬਾਤਾਂ ਦੇ ਆਧਾਰ ਤੇ ਮੈਂ ਸਿਰਫ ਆਪਦੇ ਜਜ਼ਬਾਤਾਂ ਦੇ ਕਾਰਨ ਵੀ ਆਪਦੇ ਲੋਕਾਂ ਲਈ, ਆਪਦੀ ਧਰਤੀ ਲਈ, ਪੰਜਾਬ ਲਈ ਤੁਰਿਆ ਤੇ ਇਸੇ ਖਾਤਰ ਹੀ ਇੱਥੇ ਆ। ਹੋਰ ਮੇਰਾ ਕੋਈ ਸਿਆਸੀ ਲਾਹਾ ਨਹੀਂ ਹੈ, ਕੋਈ 2022 ਮੈਂ ਨਹੀਂ ਲੜਨੀ, ਮੇਰਾ ਜਮਾਂ ਹੀ ਕੋਈ ਕਿਸੇ ਹੋਰ ਤਰ੍ਹਾਂ ਦਾ ਇਹਦੇ 'ਚ ਇੰਟਰਸਟ ਨਹੀਂ ਹੈ, ਕੋਈ ਲਾਹਾ ਨਹੀਂ ਮੈਂ ਲੈਣ ਵਾਸਤੇ ਇੱਥੇ ਆਇਆ। ਸੋ ਜਦੋਂ ਮੈਂ ਸੱਚ ਕੋਈ ਬੋਲਦਾ ਜਾਂ ਗੱਲ ਕਰਦਾ ਤੇ ਉਹ ਸੱਚ ਬਹੁਤ ਬੰਦਿਆਂ ਨੂੰ ਜਾ ਕੇ ਚੁੱਭਦਾ, ਤੇ ਉਹ ਚੁੱਭਦਾ ਕਈ ਵਾਰੀ ਉਹਨਾਂ ਦੀ ਸਿਆਸਤ ਵੀ ਖਤਰੇ 'ਚ ਆ ਜਾਂਦੀ ਹੈ। ਕਈ ਵਾਰੀ ਤੁਸੀਂ ਇਹ ਦੇਖੋ ਵੀ ਉਹਨਾਂ ਦੇ ਜਾ ਕੇ ਗੱਲਾਂ ਵੱਜਦੀਆਂ ਵੀ ਆ ਸਿੱਧੀਆਂ ਅੰਦਰ। ਸੋ ਇਸ ਕਰਕੇ ਉਹ ਖਿਲਾਫਤ ਜਿਹੜੀ ਆ ਵੀ ਆਪਦੇ ਮੇਰੇ ਖਿਲਾਫ ਹੋ ਜਾਂਦੇ ਆ, ਪੋਜੀਸ਼ਨ ਵੀ ਖਿਲਾਫ ਲੈ ਲੈਂਦੇ ਆ। ਗੱਲ ਖਿਲਾਫ ਹੋਣ ਦੀ ਨਹੀਂ ਆ, ਗੱਲ ਸਾਜ਼ਿਸ਼ਾਂ ਘੜਨ ਦੀ ਆ। ਵੀ ਮੈਨੂੰ ਐਂ ਲੱਗਦਾ ਸਾਨੂੰ ਇੱਕ ਦੂਜੇ ਦੇ ਖਿਲਾਫ ਸਾਜ਼ਿਸ਼ਾਂ ਨਹੀਂ ਘੜਨੀਆਂ ਚਾਹੀਦੀਆਂ। ਕਿਸੇ ਨਾ ਕਿਸੇ ਚੰਗੇ ਕਾਰਨ ਵਸ ਜਾਂ ਕਿਸੇ ਆਧਾਰ ਤੇ ਹੀ ਸਾਨੂੰ ਕਿਸੇ ਤੇ ਤੌਹਮਤ ਲਾਉਣੀ ਚਾਹੀਦੀ ਹੈ ਇਨਫੈਕਟ। ਸੋ ਇੱਥੇ ਮੇਰੇ ਖਿਲਾਫ ਜੋ ਗੱਲਾਂ ਕੀਤੀਆਂ ਜਾ ਰਹੀਆਂ ਉਹਦਾ ਕੋਈ ਆਧਾਰ ਨਹੀਂ ਹੈ। ਸੋ ਮੇਰੇ ਤੇ ਪਤਾ ਨਹੀਂ ਕਿਉਂ ਤੌਹਮਤਾਂ ਲੱਗਦੀਆਂ ਰਹਿੰਦੀਆਂ, ਬਾਰ-ਬਾਰ ਲੱਗਦੀਆਂ ਰਹਿੰਦੀਆਂ। ਸੋ ਮੈਂ ਕਦੇ ਵੀ ਫੇਰ ਵੀ ਖੁੱਲ੍ਹ ਕੇ ਕਿਸੇ ਦਾ ਕਦੇ ਨਾਂ ਨਹੀਂ ਲਿਆ, ਕਿਉਂਕਿ ਉਹ ਮੇਰਾ ਸਟਾਈਲ ਹੀ ਨਹੀਂ ਹੈ ਮੈਂ ਕਿਸੇ ਦਾ ਨਾਂ ਲੈ ਕੇ ਉਹਨੂੰ ਟਾਰਗੇਟ ਕਰਾਂ। ਔਰ ਜੋ ਗੱਲ ਮੈਂ ਕਰਦਾ ਇੱਕ ਤਾਂ ਸੱਚੀ ਹੁੰਦੀ ਆ, ਅਗਲੀ ਗੱਲ ਉਹ ਜਜ਼ਬਾਤਾਂ 'ਚੋਂ ਨਿਕਲੀ ਹੋਈ ਹੁੰਦੀ ਆ, ਉਦੋਂ ਅਗਲੀ ਗੱਲ ਆਪਦੇ ਬੰਦਿਆਂ ਦਾ ਖਿਆਲ ਰੱਖ ਕੇ, ਆਪਦੇ ਪੰਜਾਬ ਦਾ, ਆਪਦੇ ਲੋਕਾਂ ਦਾ ਧਿਆਨ ਰੱਖ ਕੇ ਗੱਲ ਕੀਤੀ ਜਾਂਦੀ ਆ। ਮੈਂ ਇਹੋ ਜਿਹਾ ਬੰਦਾ ਵੀ ਨਹੀਂ ਆ ਵੀ ਪੰਜਾਬ 'ਚ ਕੁਛ ਹੋਰ ਕਹਿਦਾ, ਨੈਸ਼ਨਲ ਮੀਡੀਆ ਤੇ ਕੁਛ ਹੋਰ ਕਹਿਦਾ, ਇੰਟਰਨੈਸ਼ਨਲ ਮੀਡੀਆ ਤੇ ਕੁਛ ਹੋਰ ਕਹਿਦਾ। ਨਹੀਂ, ਇੱਕ ਸਾਰਤਾ ਹੀ ਹੁੰਦੀ ਆ ਹਮੇਸ਼ਾ, ਕਿਉਂਕਿ ਮੇਰੇ ਜਜ਼ਬਾਤ ਆ ਔਰ ਮੈਂ ਸੱਚ ਤੇ ਹੱਕ ਤੇ ਪਹਿਰਾ ਦਿੰਦਾ। ਇਦੋਂ ਵੱਡੀ ਹੋਰ ਕੋਈ ਗੱਲ ਮੈਨੂੰ ਆਉਂਦੀ ਨਹੀਂ ਆ। ਹਜੇ ਅਸੀਂ ਇੱਕ ਸੰਘਰਸ਼ 'ਚ ਆ, ਉਸ ਸੰਘਰਸ਼ 'ਚ ਮੇਰੀ ਲੀਡਰਸ਼ਿਪ ਨਾਲ ਹੋ ਸਕਦਾ ਕੋਈ ਆਪਸ 'ਚ ਜਿਹੜੀ ਵਿਚਾਰਧਾਰਕ ਸਾਂਝ ਨਾ ਹੋਵੇ। ਉਹ ਸਾਂਝ ਕਿਵੇਂ ਨਾ ਹੋਵੇ, ਮੈਨੂੰ ਐਂ ਲੱਗਦਾ ਸੀ ਵੀ ਜੇ ਇਹ ਨੈਰੇਟਿਵ ਦੀ ਲੜਾਈ ਆ, ਨੈਰੇਟਿਵ ਵਰਸਸ ਨੈਰੇਟਿਵ ਦੀ ਲੜਾਈ ਆ। ਸਰਕਾਰ ਆਪਦਾ ਨੈਰੇਟਿਵ ਸਿਰਜ ਰਹੀ ਆ, ਆਪਦਾ ਬਿਰਤਾਂਤ ਸਿਰਜ ਰਹੀ ਆ। ਉਹ ਲੋਕਾਂ ਨੂੰ ਇਹ ਕਹਿ ਰਹੀ ਆ ਵੀ ਜਿਹੜੇ ਨਵੇਂ ਫਾਰਮ ਬਿੱਲ ਆਏ ਆ ਇਹ ਬਹੁਤ ਚੰਗੇ ਆ ਤੇ ਕਿਸਾਨਾਂ ਲਈ ਚੰਗੇ ਆ। ਅਸੀਂ ਇਹ ਕਹਿ ਰਹੇ ਹਾਂ ਵੀ ਨਹੀਂ, ਇਹ ਚੰਗੇ ਨਹੀਂ। ਕਿਉਂ ਨਹੀਂ ਚੰਗੇ ਅਸੀਂ ਇਹ ਵੀ ਦੱਸ ਰਹੇ ਹਾਂ, ਤੇ ਇਹਦੇ 'ਚ ਸਾਡਾ ਐਗਜ਼ਿਸਟੈਂਸ ਕ੍ਰਾਈਸਿਸ ਕੀ ਆ, ਸਾਡੀ ਪਛਾਣ ਕਿੱਥੇ ਇਹਦੇ 'ਚ ਗਵਾਚ ਰਹੀ ਆ, ਅਸੀਂ ਇਹ ਵੀ ਦੱਸ ਰਹੇ ਹਾਂ। ਸੋ ਜੇ ਨੈਰੇਟਿਵ ਦੀ ਲੜਾਈ ਆ ਨਾ, ਤਾਂ ਸਾਡੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਜਾਂ ਸਾਡਾ ਸਾਂਝਾ ਸਟੇਜ ਆ ਕੁੰਡਲੀ ਬਾਰਡਰ ਤੇ ਜਾਂ ਹੋਰ ਕਿਤੇ ਵੀ, ਉੱਥੇ ਸਾਡਾ ਜਿਹੜਾ ਨੈਰੇਟਿਵ ਸਿਰਜਿਆ ਜਾਣਾ ਚਾਹੀਦਾ ਉਹ ਨੈਸ਼ਨਲੀ ਤੇ ਇੰਟਰਨੈਸ਼ਨਲੀ ਲੋਕਾਂ ਨੂੰ ਨਾਲ ਜੋੜੇ। ਪਰ ਜਿਸ ਤਰ੍ਹਾਂ ਦੇ ਬੁਲਾਰੇ ਅਸੀਂ ਉੱਥੋਂ ਬੁਲਾ ਰਹੇ ਹਾਂ ਜਾਂ ਜਿਨ੍ਹਾਂ ਨੂੰ ਮੌਕਾ ਦੇ ਰਹੇ ਹਾਂ ਉੱਥੋਂ ਬੋਲਣ ਦਾ, ਉਹ ਸਾਡੇ ਨੈਰੇਟਿਵ ਨੂੰ ਡਿਸਟਰੋਏ ਕਰ ਰਹੇ ਆ, ਨਾ ਕਿ ਉਹਨੂੰ ਬਹੁਤ ਬੁਲਾਰੇ ਇਹੋ ਜਿਹੇ ਆ ਜਿਹੜੇ ਨੈਰੇਟਿਵ ਨੂੰ ਸਿਰਜ ਨਹੀਂ ਰਹੇ ਪਰ ਕਿਤੇ ਨਾ ਕਿਤੇ ਡਾਇਲਿਊਟ ਕਰ ਰਹੇ ਆ। ਤਾਂ ਮੈਨੂੰ ਐਂ ਲੱਗਦਾ ਸੀ ਸਾਨੂੰ ਉੱਥੇ ਨੈਸ਼ਨਲ ਇੰਟਰਨੈਸ਼ਨਲ ਪਰਸਨੈਲਿਟੀਜ਼ ਨੂੰ ਬੁਲਾ ਕੇ ਉਹਨਾਂ ਨੂੰ ਵੀ ਉੱਥੇ ਬੋਲਣ ਨੂੰ ਰਿਕੁਐਸਟ ਕਰਨੀ ਚਾਹੀਦੀ ਸੀ, ਕਿਉਂਕਿ ਜਿਹੜੀਆਂ ਪਰਸਨੈਲਿਟੀਜ਼ ਜਾਂ ਜਿਹੜੇ ਵੱਡੇ ਸੋਸ਼ਲ ਐਕਟਿਵਿਸਟ ਹੁੰਦੇ ਆ ਜਾਂ ਜਿਹੜੇ ਆਪਾਂ ਇਹ ਕਹਿ ਲਈਏ ਵੀ ਪੋਲੀਟੀਕਲੀ ਸੱਚੇ ਲੋਕ ਹੁੰਦੇ ਆ, ਜਿਹੜੇ ਲੋਕਾਂ ਖਾਤਰ ਲੜਦੇ ਆ, ਜਾਂ ਜਿਹੜੇ ਈਵਨ ਐਂਟਰਟੇਨਮੈਂਟ ਇੰਡਸਟਰੀ ਦੇ ਬੰਦੇ ਹੁੰਦੇ ਆ, ਹੈ ਨਾ, ਬੰਬੇ ਦੀ ਫਿਲਮ ਇੰਡਸਟਰੀ ਦੇ ਜਿਹੜੇ ਚੰਗੇ ਬੰਦੇ ਹੋਣ, ਉਹਨਾਂ ਦਾ ਇੰਪੈਕਟ ਬਹੁਤ ਹੁੰਦਾ। ਉਹਨਾਂ ਦਾ ਇੰਪੈਕਟ ਇਕੱਲਾ ਸਾਡੇ ਪੰਜਾਬ ਜਾਂ ਦੇਸ਼ ਤੱਕ ਲਿਮਿਟਡ ਨਹੀਂ ਹੁੰਦਾ, ਇੰਟਰਨੈਸ਼ਨਲੀ ਵੀ ਹੁੰਦਾ। ਫਿਰ ਇੰਟਰਨੈਸ਼ਨਲੀ ਵੀ ਬਹੁਤ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਬੁਲਾਰੇ ਆ ਕੇ ਇੱਥੇ ਬੋਲਣਾ ਚਾਹੁੰਦੇ ਆ, ਜਿਨ੍ਹਾਂ ਨੇ ਚਾਹੇ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਹੋਵੇ, ਪਰ ਉਹ ਅੰਗਰੇਜ਼ੀ ਭਾਸ਼ਾ ਵੀ ਸਾਨੂੰ ਚਾਹੀਦੀ ਆ, ਕਿਉਂਕਿ ਇਹ ਨੈਰੇਟਿਵ ਦੀ, ਜਿਵੇਂ ਮੈਂ ਕਿਹਾ, ਲੜਾਈ ਆ। ਜਿਹੜਾ ਪ੍ਰੈਸ਼ਰ ਪੈਣਾ ਗੌਰਮੈਂਟ ਤੇ ਨਾ, ਉਹ ਵੀ ਨੈਰੇਟਿਵ ਦਾ ਹੀ ਪੈਣਾ। ਅੱਜ ਲੜਾਈ ਕੀ ਆ? ਸਾਡੀ ਲੜਾਈ ਇਹ ਆ ਵੀ ਵੱਧ ਤੋਂ ਵੱਧ ਬੰਦੇ ਸਾਡੇ ਨਾਲ ਜੁੜਨ, ਤੇ ਸਰਕਾਰ ਇਹ ਚਾਹੁੰਦੀ ਆ ਵੀ ਵੱਧ ਤੋਂ ਵੱਧ ਬੰਦਿਆਂ ਦਾ ਝੁਕਾਅ ਸਰਕਾਰ ਵਾਲੇ ਪਾਸੇ ਹੋਵੇ। ਸੋ ਇੱਥੇ ਹੀ ਲੜਾਈ ਆ, ਹੈ ਨਾ। ਤਾਂ ਇਸ ਕਰਕੇ ਸਾਨੂੰ ਆਪਦਾ ਨੈਰੇਟਿਵ ਸਿਰਜਣਾ ਚਾਹੀਦਾ। ਅਸੀਂ ਆਪਸ 'ਚ ਲੜ ਨਹੀਂ ਰਹੇ। ਅੱਜ ਤੱਕ ਮੈਂ ਕਿਸੇ ਦਾ
ਨਾ ਲੈ ਕੇ ਨਿੰਦਿਆ ਨਹੀਂ ਕੀਤੀ। ਅੱਜ ਤੱਕ ਮੇਰੇ ਤੇ ਜੋ ਅਟੈਕ ਹੋਏ ਆ, ਔਰ ਮੈਂ ਉਹਨਾਂ ਨੂੰ ਪਰਸਨਲੀ ਕਦੇ ਵੀ ਨਹੀਂ ਕਿਹਾ, ਮੈਂ ਉਹਨਾਂ ਨੂੰ ਕਿਹਾ ਚਲੋ ਕੋਈ ਨਹੀਂ, ਸਿਰ ਮੱਥੇ, ਸਮਾਂ ਸਭ ਕੁਝ ਦੱਸੂਗਾ, ਚਲੋ ਕੋਈ ਨਹੀਂ, ਸਿਰ ਮੱਥੇ, ਸਮਾਂ ਸਭ ਕੁਝ ਦੱਸੂਗਾ। ਪਰ ਔਰ ਮੇਰੀ ਗੱਲ ਮੈਂ ਕੀ ਕਹੀ ਹੁੰਦੀ ਆ, ਗੱਲ ਦਾ ਮਤਲਬ ਕੀ ਕਢਾ ਦਿੰਦੇ ਆ, ਉਹਦੇ ਤੇ ਇੰਟਰਵਿਊਜ਼ ਕਰਦੇ ਆ, ਇੰਟਰਵਿਊਜ਼ ਕਰਕੇ ਉਹਦੀਆਂ ਟਾਈਟਲਸ ਦੇਖ ਲਓ, ਇੰਟਰਵਿਊਜ਼ ਦਾ ਕੀ ਹੁੰਦਾ ਵੀ ਅਸੀਂ ਸ਼ਹਾਦਤ ਨੂੰ ਤਿਆਰ ਹਾਂ, ਦੀਪ ਸਿੱਧੂ ਪਿੱਛੇ ਨਾ ਹਟੇ, ਇਹ ਟਾਈਟਲ ਹੁੰਦੇ ਆ। ਤੇ ਉਦੋਂ ਬਾਅਦ ਮੇਰੇ ਨਾਲ ਆ ਕੇ ਇੰਟਰਵਿਊਜ਼ ਫਿਰ ਬਹਿ ਕੇ ਵੀ ਕੀਤੀਆਂ ਜਾਂਦੀਆਂ। ਪਰ ਗੱਲ ਆਏ ਆ, ਔਰ ਜਿੱਦਾਂ ਆਪਾਂ ਉਹ ਸਟੇਟਮੈਂਟ ਦਿੱਤੀ ਸੀ, ਉਹਦੇ 'ਚ ਕਿਤੇ ਵੀ ਇਹ ਗੱਲ ਨਹੀਂ ਕਹੀ ਸੀ ਵੀ ਮੈਂ ਸ਼ਹਾਦਤ ਦੇਣ ਤੋਂ ਭੱਜਦਾ, ਉਹਦੇ 'ਚ ਕਿਤੇ ਵੀ ਇਹ ਗੱਲ ਨਹੀਂ ਕਹੀ ਸੀ ਵੀ ਅਸੀਂ ਜੋ ਮਿਲਦਾ ਲੈ ਕੇ ਤੁਰ ਜਾਈਏ। ਨਹੀਂ, ਇਹ ਇਤਿਹਾਸਕ ਤੇ ਫੈਸਲਾਕੁੰਨ ਲੜਾਈ ਆ, ਇਹਨੂੰ ਬੜੀ ਸੁਹਿਰਦਤਾ ਨਾਲ ਤੇ ਇੰਟੈਲੀਜੈਂਟਲੀ ਆਪਾਂ ਹੈਂਡਲ ਕਰਾਂਗੇ, ਔਰ ਇਕੱਠੇ ਰਹਿ ਕੇ ਹੈਂਡਲ ਕਰਾਂਗੇ। ਅੱਜ ਇੱਕ ਗੱਲ ਫੇਰ ਕਹਿ ਰਿਹਾ, ਕਦੇ ਵੀ ਮੇਰੀ ਕਿਸੇ ਪੋਲੀਟੀਕਲ ਪਾਰਟੀ ਨਾਲ, ਬੀਜੇਪੀ ਹੋਵੇ ਕੋਈ ਹੋਰ ਹੋਵੇ, ਕੋਈ ਸਾਂਝ ਨਹੀਂ ਆ, ਨਾ ਹੀ ਫਿਊਚਰ 'ਚ ਪਊਗੀ। ਕਦੇ ਕਿਸੇ ਜਥੇਬੰਦੀ ਨਾਲ ਸਾਂਝ ਨਹੀਂ ਆ। ਮੈਂ ਲਿਟਰਲੀ ਕੱਲਾ ਹੀ ਹੁੰਨਾ, ਕੱਲਾ ਹੀ ਜਾਨਾ ਕਾਰ 'ਚ, ਕਦੇ ਮੇਰੇ ਨਾਲ ਮੁੰਡੇ ਵੀ ਨਹੀਂ ਹੁੰਦੇ। ਉਹ ਵਿਚਾਰੇ ਕਹਿੰਦੇ ਆ ਵੀ ਬਾਈ ਚੱਲੀਏ ਨਾਲ, ਮੈਂ ਕਿਹਾ ਨਹੀਂ ਯਾਰ, ਆਪਾਂ ਨੂੰ ਲੋੜ ਹੀ ਨਹੀਂ, ਆਪਾਂ ਇਹੋ ਜਿਹਾ ਕੁਝ ਥੋੜੀ ਕਰਨਾ ਹੈ। ਇਹ ਸਿਰਫ ਆਪਦੇ ਇਮੋਸ਼ਨਸ ਤੇ ਜਜ਼ਬਾਤਾਂ ਨੂੰ ਲਈ ਫਿਰਦੇ ਆ, ਉਹਦੀ ਖਾਤਰ ਹੀ ਲੱਗੇ ਹੋਏ ਆ। ਇਦੋਂ ਉੱਤੇ ਤਾਂ ਕੋਈ ਹੋਰ ਮੇਰੇ ਕੋਲੇ ਤਾਂ ਹੋਰ ਕੋਈ ਜੇ ਮੈਂ ਕਹਿਦਾ ਲਾਹਾ ਲੈਣ ਵਾਸਤੇ ਮੈਂ ਅੰਦਰ ਕੁਛ ਆਪਦੇ ਰੱਖੀ ਬੈਠਾ, ਉਹ ਹੈ ਨਹੀਂ ਆ। ਕੋਈ ਮੈਨੂੰ 2022 ਨਹੀਂ ਦਿਸਦੀ, ਕੋਈ ਮੈਨੂੰ ਹੋਰ ਕੋਈ ਤਰੀਕਾ ਨਹੀਂ ਦਿਸਦੀਆਂ, ਜਾਂ ਹੋਰ ਢੰਗ ਨਹੀਂ ਦਿੰਦੇ ਵੀ ਮੈਂ ਇੱਥੋਂ ਲਾਹਾ ਲੈ ਜਾ। ਮੈਂ ਆਪਦੀ ਪਰਸਨਲ ਲਾਈਫ ਦੀ ਵੀ ਗੱਲ ਕਰ ਲਈਏ। ਮੇਰੀ ਪਰਸਨਲ ਲਾਈਫ ਤੇ ਵੀ ਬੜੀ ਕਮੈਂਟ ਕੀਤੇ ਜਾ ਰਹੇ ਆ, ਪਰ ਮੈਂ ਇਹ ਗੱਲ ਕਰਦਾ, ਪਰਸਨਲ ਲਾਈਫ ਮੇਰੀ ਆਪਦੀ ਆ, ਰਿਸ਼ਤੇ ਮੇਰੇ ਆਪਦੇ ਆ, ਉਹਨਾਂ ਰਿਸ਼ਤਿਆਂ ਨੂੰ ਮੇਰਾ ਹੀ ਰਹਿਣ ਦਿਓ। ਪਰਸਨਲ ਲਾਈਫ ਨੂੰ ਕਦੇ ਜੇ ਕਿਸੇ ਨੇ ਡਿਸਕਸ ਕੀਤਾ, ਫਿਰ ਮੇਰਾ ਕੋਈ ਵੱਖਰਾ ਰੂਪ ਦੇਖੋਗੇ ਤੁਸੀਂ। ਤੇ ਮੈਂ ਤੁਹਾਨੂੰ ਆਗਾਹ ਕਰ ਰਿਹਾ, ਇਸ ਖਾਤਰ ਵਾਰਨ ਕਰ ਰਿਹਾ, ਜਿਹਨੇ ਮੇਰੇ ਪਰਸਨਲ ਲਾਈਫ ਤੇ ਜਾਂ ਮੇਰੇ ਰਿਸ਼ਤਿਆਂ ਤੇ ਆ ਕੇ ਕਦੇ ਗੱਲ ਕੀਤੀ ਨਾ, ਤਾਂ ਉੱਥੇ ਮੈਂ ਤੁਹਾਨੂੰ ਵਾਰਨ ਕਰ ਰਿਹਾ, ਉਹ ਫਿਰ ਮੇਰਾ ਕੁਝ ਵੱਖਰਾ ਰੂਪ ਦੇਖੋਗੇ, ਜਿਹੜਾ ਹਜੇ ਤੱਕ ਤੁਹਾਡੇ ਸਾਹਮਣੇ ਆਇਆ ਨਹੀਂ ਹੈ। ਸੋ ਇਹ ਗੱਲ ਤਾਂ ਮੈਂ ਤੁਹਾਨੂੰ ਬੜੇ ਢੰਗ ਤੇ ਪਿਆਰ ਨਾਲ ਕਹਿ ਰਿਹਾ। ਹਜੇ ਜਿਹੜੇ ਉੱਥੇ ਗੱਲ ਕਰ ਰਹੇ ਆ ਪਰਸਨਲ ਲਾਈਫ ਦੀ, ਮੇਰੇ ਰਿਲੇਸ਼ਨਸ਼ਿਪਸ ਦੀ, ਮੈਂ ਉਹਨਾਂ ਨੂੰ ਵਾਰਨ ਕਰ ਰਿਹਾ, ਇਹ ਬਾਰ-ਬਾਰ ਇਹ ਗੱਲ ਕਹਿ ਰਿਹਾ। ਐਨੀਵੇਜ਼, ਜਿੱਥੇ ਮੈਂ ਅੱਜ ਖੜਾ ਉਹ ਇੱਥੇ ਖੜਾ। ਮੈਂ ਰਾਤ ਕੁੰਡਲੀ ਬਾਰਡਰ ਤੋਂ ਆਇਆ, ਅਰਾਊਂਡ 2:30 ਵਜੇ 3 ਵਜੇ ਪਹੁੰਚੇ ਆ, ਪੰਜਾਬ ਪਹੁੰਚੇ ਆ, ਕੱਪੜੇ ਕੁਪੜੇ ਸਾਰੇ ਲੈ ਕੇ ਆਏ ਆ ਵੀ ਧੁਆ ਕੇ ਵਾਪਸ ਜਾਈਏ, ਹਨਾ। ਸੋ ਪਰ ਜਿੱਥੇ ਮੈਂ ਅੱਜ ਖੜਾ, ਮੇਰਾ ਕੰਮ ਡਿਸਟਰਬ ਹੋ ਗਿਆ। ਮੈਂ ਕੰਮ ਨਹੀਂ ਕਰ ਰਿਹਾ, ਔਰ ਕੰਮ ਮੇਰਾ ਫਿਲਮਾਂ ਸੀ, ਜਾਂ ਮੈਂ ਬੰਬੇ ਜਿਹੜੀ ਪ੍ਰੈਕਟਿਸ ਕਰਦਾ ਸੀ, ਹਨਾ, ਉਹ ਡਿਸਟਰਬ ਹੋ ਗਿਆ, ਉਹ ਜਮਾ ਨਹੀਂ ਹੋ ਰਿਹਾ। ਮੇਰੀ ਪਰਸਨਲ ਲਾਈਫ ਡਿਸਟਰਬ ਹੋ ਗਈ, ਮੇਰਾ ਘਰ, ਮੇਰੀ ਕਾਰ, ਮੇਰੀ ਰਹਿਣੀ ਸਹਿਣੀ ਸਭ ਕੁਝ ਡਿਸਟਰਬਡ ਹੋ ਗਈ। ਮੈਂ ਇਹਦਾ ਵੀ ਗਿਲਾ ਨਹੀਂ ਕਰ ਰਿਹਾ, ਨਹੀਂ, ਮੇਰੇ ਜਜ਼ਬਾਤ ਮੈਨੂੰ ਇੱਥੇ ਖਿੱਚ ਲਿਆਏ, ਤੇ ਉਹਨਾਂ ਜਜ਼ਬਾਤਾਂ ਕਰਕੇ ਹੀ ਲੱਗੇ ਹੋਏ ਆ। ਔਰ ਜਜ਼ਬਾਤ ਮੇਰੇ ਲੋਕਾਂ ਨਾਲ ਜੁੜੇ ਆ, ਸਾਡੀ ਧਰਤੀ ਨਾਲ ਜੁੜੇ ਆ, ਸਾਡੀ ਕੌਮ ਨਾਲ ਜੁੜੇ ਆ, ਤੇ ਸਾਡੇ ਪੰਜਾਬ ਨਾਲ ਜੁੜੇ ਆ। ਸੋ ਇਹ ਗੱਲ ਸਮਝਣੀ ਬਹੁਤ ਬੰਦਿਆਂ ਲਈ ਬੜੀ ਔਖੀ ਆ, ਕਿਉਂਕਿ ਉਹਨਾਂ ਨੂੰ ਲੱਗਦਾ ਬੰਦਾ ਸੱਚਾ ਕਿਵੇਂ ਹੋ ਸਕਦਾ। ਬੰਦੇ ਦਾ ਏਜੰਡਾ ਹੁੰਦਾ, ਕੋਈ ਨਾ ਕੋਈ ਤਾਂ ਏਜੰਡਾ ਹੋਊਗਾ ਹੀ ਹੋਊਗਾ। ਪਰ ਗੱਲ ਆਈ ਆ, ਨਾ ਮੇਰਾ ਕੋਈ ਏਜੰਡਾ ਤੇ ਨਾ ਹੀ ਮੇਰੇ ਅੰਦਰ ਝੂਠ ਆ। ਮੇਰੇ ਅੰਦਰ ਸਿਰਫ ਇੱਕੋ ਹੀ ਗੱਲ ਆ, ਉਹ ਸੱਚ। ਤੇ ਤੁਹਾਡੇ ਨਾਲ ਆ ਕੇ ਇਸ ਕਰਕੇ ਖੜਾ ਕਿਉਂਕਿ ਮੈਂ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। 2 ਮਹੀਨੇ ਪਹਿਲਾਂ ਆਪਾਂ ਸ਼ੰਭੂ ਬਾਰਡਰ ਤੇ ਬੈਠੇ ਰਹੇ। ਇੱਕ ਵੀ ਮੌਕਾ ਮੈਂ ਇਹੋ ਜਿਹਾ ਦਿੱਤਾ ਕਿਸੇ ਨੂੰ, ਕਦੇ ਇੱਕ ਵੀ ਮੌਕਾ ਦਿੱਤਾ ਹੋਵੇ ਵੀ ਆਪਾਂ ਕਦੇ ਕੋਈ ਇਹ ਗੱਲ ਕੀਤੀ ਹੋਵੇ ਜਿਹਦੇ ਤੇ ਤੁਹਾਨੂੰ ਇਤਰਾਜ਼ ਹੋਵੇ, ਜਾਂ ਕਦੇ ਇਹ ਗੱਲ ਕੀਤੀ ਹੋਵੇ ਜਿਹਦੇ ਤੇ ਤੁਸੀਂ ਇਹ ਕਹੋ ਵੀ ਦੀਪ ਸਿੱਧੂ ਨੇ ਦੇਖੋ ਕਿਹੋ ਜੀ ਸਰਕਾਰ ਦੇ ਹੱਕ 'ਚ ਗੱਲ ਕੀਤੀ ਹੈ, ਜਾਂ ਕਿਸੇ ਧਿਰ ਦੀ ਹੱਕ ਦੀ ਗੱਲ ਕੀਤੀ ਆ। ਹਮੇਸ਼ਾ ਹਿਊਮੈਨਿਟੀ, ਹਮੇਸ਼ਾ ਇਨਸਾਨੀਅਤ, ਹਮੇਸ਼ਾ ਹੱਕ ਸੱਚ ਦੀ ਗੱਲ ਕੀਤੀ ਆ। ਔਰ ਜਿਹੜੇ ਨਿਸ਼ਾਨ ਸਾਹਿਬ ਦੀ ਆਪਾਂ ਗੱਲ ਕਰਦੇ ਆ, ਉਹ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਹਮੇਸ਼ਾ ਲੜਿਆ ਗਿਆ। ਉਸ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਹੋਈ ਆ। ਸੋ ਉਸ ਨਿਸ਼ਾਨ ਸਾਹਿਬ ਤੋਂ, ਉਸ ਪਛਾਣ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਪਰ ਜਿਵੇਂ ਗੁਰੂ ਸਾਹਿਬ ਨੇ ਕਿਹਾ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਤਾਂ ਹੁਣ ਆਪਾਂ ਸਾਰੇ ਇਕੱਠੇ ਹੋ ਕੇ ਅੱਗੇ ਵਧੀਏ, ਅੱਗੇ ਲੜਾਈਆਂ ਲੜੀਏ, ਇਕੱਠੇ ਹੋ ਕੇ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ।
ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ, ਬਹੁਤ ਸਾਰਾ ਪਿਆਰ ਸਾਰਿਆਂ ਨੂੰ, ਤੇ ਮੈਂ ਤੁਹਾਡੇ ਨਾਲ ਹੀ ਖੜਾ। ਅੱਜ ਤੱਕ ਆਪਾਂ ਕਿਸੇ ਤੇ ਪਰਸਨਲ ਅਟੈਕ ਕੀਤਾ ਨਹੀਂ, ਅੱਗੇ ਵੀ ਨਹੀਂ ਕਰਾਂਗੇ, ਪਰ ਮੇਰੇ ਤੇ ਪਰਸਨਲ ਅਟੈਕ ਜੇ ਕੋਈ ਕਰੂਗਾ ਫਿਰ ਮੈਂ ਜਿਵੇਂ ਕਿਹਾ, ਆਈ ਐਮ ਵਾਰਨਿੰਗ ਯੂ ਗਾਇਜ਼ ਹੂਸੋਐਵਰ ਇਜ਼ ਪਲੈਨਿੰਗ। ਬਾਕੀ ਗੱਲਾਂ ਆਪਾਂ ਕਲੀਅਰ ਕਰ ਲੀਆਂ। ਜਿੰਨੀਆਂ ਕੁ ਤੌਮਤਾਂ ਲਾਉਣ ਦੇ ਚੱਕਰ 'ਚ ਸੀ ਇਹ, ਜਾਂ ਜੋ ਤੌਮਤਾਂ ਜਾਂ ਸਾਜ਼ਿਸ਼ਾਂ ਘੜੀ ਜਾਂਦੇ ਆ, ਇਹ ਗੱਲ ਪਤਾ, ਇੱਕ ਗੱਲ ਸਾਨੂੰ ਹਮੇਸ਼ਾ ਪਿੰਡਾਂ 'ਚ ਸਿਖਾਈ ਜਾਂਦੀ ਹੁੰਦੀ ਸੀ ਵੀ ਜੇ ਤੁਸੀਂ ਕਿਤੇ ਆਪਦੇ ਆਪ ਬਾਰੇ ਜਾਣਨਾ ਨਾ, ਔਰ ਬਹੁਤ ਝੂਠ ਹੁੰਦਾ ਉਹਦੇ 'ਚ, ਤਾਂ ਵੋਟਾਂ 'ਚ ਖੜੇ ਹੋ ਜਾਓ। ਸੋ ਉਹ ਗੱਲ ਜਮਾਂ ਸੱਚੀ ਸੀ। ਇਹ ਸਾਡੇ ਜਿਹੜੇ ਬਜ਼ੁਰਗਾਂ ਦੀ ਸੀ ਵੀ ਇੱਕ ਵਾਰੀ ਵੋਟਾਂ 'ਚ ਖੜੇ ਹੋ ਜਾਓ, ਤੁਹਾਡਾ 7 ਪੀੜ੍ਹੀਆਂ ਤੱਕ ਪਿਛੋਕੜ ਕੱਢ ਕੇ ਲੈ ਆਉਣਗੇ। ਇੱਕ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਕਿਰਦਾਰਾਂ ਨੂੰ ਤੇ ਇਸ ਤਰ੍ਹਾਂ ਦੀ ਸੋਚ ਨੂੰ ਅਸੀਂ ਛੱਡੀਏ, ਕਿਉਂਕਿ ਹਰ ਬੰਦਾ ਹੀ ਚੰਗਾ ਹੁੰਦਾ, ਉਹਦੇ ਪਰਿਵਾਰ ਵਾਲੇ ਵੀ ਚੰਗੇ ਹੁੰਦੇ ਆ, ਸਰਕਮਸਟਾਂਸਿਸ ਬੜੇ ਇਹੋ ਜਿਹੇ ਹੁੰਦੇ ਆ, ਕਈ ਵਾਰੀ ਸਾਨੂੰ ਸਮਝ ਹੀ ਨਹੀਂ ਆਉਂਦੀ ਸਰਕਮਸਟਾਂਸਿਸ ਦੀ। ਔਰ ਸਪੈਸ਼ਲੀ ਜਿਹੜੇ ਘਰਾਂ 'ਚ ਬੈਠ ਕੇ ਕਮੈਂਟ ਕਰਦੇ ਆ, ਤੁਹਾਨੂੰ ਗਰਾਊਂਡ ਰਿਐਲਿਟੀ ਦੀ ਸਮਝ ਹੀ ਨਹੀਂ ਆ। ਉੱਥੇ ਸੰਘਰਸ਼ ਚੱਲ ਕੀ ਰਿਹਾ, ਉੱਥੇ ਕਿਸ ਤਰ੍ਹਾਂ ਦੀ ਪੋਲੀਟੀਕਲ ਸਿਚੁਏਸ਼ਨ ਆ, ਜਾਂ ਕੀ ਘੜ ਰਹੇ ਆ, ਜਿਨ੍ਹਾਂ ਨੇ ਲਾਹਾ ਲੈਣਾ, ਜਿਹੜੇ 2022 ਨੂੰ ਦੇਖੀ ਜਾਂਦੇ ਆ, ਉਹ ਕੀ ਘੜ ਰਹੇ ਆ। ਆਉਣ ਵਾਲਾ ਸਮਾਂ ਤੁਹਾਨੂੰ ਸਭ ਕੁਝ ਦਿਖਾ ਦੂਗਾ, ਪ੍ਰਤੱਖ ਕਰ ਦੂਗਾ, ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਰ ਦੂਗਾ। ਤੁਸੀਂ ਘਰਾਂ 'ਚ ਬੈਠ ਕੇ ਇੱਕ ਸਿੰਗਲ ਡਾਇਮੈਂਸ਼ਨਲੀ ਸੋਚ ਕੇ ਉਹਨੂੰ ਸਮਝ ਰਹੇ ਹੋ, ਪਰ ਰਿਐਲਿਟੀ ਮੈਂ ਜਿਵੇਂ ਹਮੇਸ਼ਾ ਕਹਿੰਦਾ ਬਹੁਤ ਪੱਖੀ ਹੁੰਦੀ ਆ, ਮਲਟੀ ਡਾਇਮੈਂਸ਼ਨਲ ਹੁੰਦੀ ਆ, ਤੇ ਰਿਐਲਿਟੀ ਨੂੰ ਸਮਝਣਾ ਬੜਾ ਔਖਾ। ਸੋ ਜਦੋਂ ਕਿਸੇ ਤੇ ਕਮੈਂਟ ਕਰਨਾ, ਜਦੋਂ ਕਿਸੇ ਬਾਰੇ ਕੋਈ ਗੱਲ ਕਹਿਣੀ ਆ, ਬੜੀ ਸੁਹਿਰਦਤਾ ਨਾਲ ਤੇ ਬੜੇ ਸੋਚ ਕੇ, ਮੇਰੇ ਖਿਆਲ 'ਚ ਸਾਨੂੰ ਜਿਹੜੀਆਂ ਸ਼ਬਦਾਂ ਦਾ ਵੀ ਜਿਹੜੇ ਅਸੀਂ ਪ੍ਰਯੋਗ ਕਰਦੇ ਹਾਂ, ਉਹ ਸ਼ਬਦ ਵੀ ਬੜੇ ਜ਼ਰੂਰੀ ਹੁੰਦੇ ਆ। ਇਹ ਇੰਨੀਆਂ ਕੁ ਗੱਲਾਂ ਮੈਂ ਕਰਨੀਆਂ ਸੀ। ਬਾਕੀ ਆਪਾਂ ਇਕੱਠੇ ਆ, ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਆਪਾਂ ਸੰਘਰਸ਼ ਲੜ ਰਹੇ ਹਾਂ, ਪਰ ਡੈਫੀਨੇਟਲੀ ਜ਼ਮੀਰਾਂ ਵੇਚ ਕੇ ਸਾਡੇ ਤੋਂ ਸੰਘਰਸ਼ ਨਹੀਂ ਲੜੇ ਜਾਂਦੇ, ਸਾਡੀਆਂ ਪਛਾਣਾਂ ਨੂੰ ਡਾਇਲਿਊਟ ਕਰਕੇ ਸੰਘਰਸ਼ ਨਹੀਂ ਲੜੇ ਜਾਂਦੇ। ਨਿਸ਼ਾਨ ਸਾਹਿਬ ਸਾਡੇ ਵਾਸਤੇ ਵਿਰਸਾ ਨਹੀਂ ਆ, ਸਾਡੀਆਂ ਲਾਡਲੀਆਂ ਫੌਜਾਂ ਸਾਡੇ ਵਾਸਤੇ ਇਕੱਲਾ ਵਿਰਸਾ ਨਹੀਂ ਆ, ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਉਹ ਉਦੋਂ। ਸੋ ਜੇ ਤੁਸੀਂ ਉਸ ਫਲਸਫੇ ਨੂੰ ਜਾਂ ਉਸ ਭਾਵਨਾ ਨੂੰ ਨਹੀਂ ਸਮਝਦੇ, ਤਾਂ ਉਹਨੂੰ ਉਵੇਂ ਮੈਨੂੰ ਲੱਗਦਾ ਸੰਬੋਧਨ ਵੀ ਨਾ ਕਰੋ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਜਿਉਂਦੇ ਵਸਦੇ ਰਹੋ, ਅਰਦਾਸ ਕਰੋ ਪੰਜਾਬ ਇੱਥੋਂ ਜਿੱਤ ਕੇ ਆਵੇ, ਪੰਜਾਬ ਦੀ ਤੇ ਇਨਸਾਨੀਅਤ ਦੀ ਜਿੱਤ ਹੋਵੇ। ਅਸੀਂ ਬੜੀ ਵੱਡੀ ਜ਼ਾਲਮ ਧਿਰ ਨਾਲ, ਨਿਰਦਈ ਧਿਰ ਨਾਲ ਲੜ ਰਹੇ ਹਾਂ, ਤੇ ਉਸ ਧਿਰ ਦੇ ਖਿਲਾਫ ਜੇ ਲੜਨਾ ਤੇ ਸਾਡੇ 'ਚ ਏਕਾ ਬਣਿਆ ਰਹਿਣਾ ਇਹ ਬਹੁਤ ਜ਼ਰੂਰੀ ਆ। ਇਹ ਸਾਡੇ ਏਕੇ ਤੋਂ ਹੀ ਡਰਦੇ ਆ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ।